ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਗੁਰਚਰਨ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਕੈਪਸਟੋਨ ਪੁਆਇੰਟ। ਅਤੇ ਅੱਜ ਆਪਾਂ ਦੂਜਾ ਲੈਕਚਰ ਲੈ ਕੇ ਹਾਜ਼ਰ ਹੋਏ ਹਾਂ ਅਰੁੰਧਤੀ ਰਾਏ ਦੇ ਉੱਪਰ। ਪਹਿਲਾਂ ਵਾਲੇ ਲੈਕਚਰ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਕਿ ਉਸਦੇ ਫਿਕਸ਼ਨ ਵਰਕ ਅਤੇ ਉਹਦੀ ਲਾਈਫ ਬਾਰੇ ਪੜ੍ਹਿਆ ਸੀਗਾ, ਅਤੇ ਅੱਜ ਵਾਲੇ ਲੈਕਚਰ ਦੇ ਵਿੱਚ ਆਪਾਂ ਉਸਦੀ ਨੋਨ ਫਿਕਸ਼ਨ ਰਾਈਟਿੰਗਸ ਬਾਰੇ ਡਿਟੇਲ ਦੇ ਵਿੱਚ ਪੜ੍ਹਾਂਗੇ। ਚਲੋ ਜੀ ਹੁਣ ਸਟਾਰਟ ਕਰਦੇ ਹਾਂ। ਅੱਜ ਉਹਦੀਆਂ ਨੋਨ ਫਿਕਸ਼ਨ ਰਾਈਟਿੰਗ ਬਾਰੇ ਪੜ੍ਹਾਂਗੇ। ਅਸਲ ਦੇ ਵਿੱਚ ਕੀ ਹੁੰਦੀ ਹੈ, ਅਰੁੰਧਤੀ ਰੋਏ ਜਿਹੜੀ ਹੁੰਦੀ ਹੈ ਨਾ, ਉਹ ਬਹੁਤ ਜ਼ਿਆਦਾ ਡਾਈਵਰਸ ਟੋਪਿਕ ਦੇ ਉੱਪਰ ਲਿਖਦੀ ਹੈ, ਕਿਉਂਕਿ ਉਹ ਸੋਸ਼ਲ ਬਰਨਿੰਗ ਇਸ਼ੂਜ਼ ਦੇ ਨਾਲ ਪੂਰੀ ਤਰ੍ਹਾਂ ਲਿੰਕ ਹੁੰਦੀ ਹੈ। ਅਤੇ ਜਿਹੜੇ ਵੀ ਸੋਸ਼ਲ ਬਰਨਿੰਗ ਇਸ਼ੂ ਹੁੰਦੇ ਨੇ ਉਸ ਟਾਈਮ ਦੇ, ਉਹ ਹਰ ਇੱਕ ਟੋਪਿਕ ਦੇ ਉੱਪਰ ਐਸੇ ਲਿਖਦੀ ਹੈ ਜਾਂ ਨਿਊਜ਼ਪੇਪਰ ਦੇ ਵਿੱਚ ਕੋਲਮ ਵਾਸਤੇ ਲਿਖਦੀ ਹੈ। ਤਾਂ ਹੁਣ ਜਿਹੜੀਆਂ ਉਹਦੀਆਂ ਰਾਈਟਿੰਗ ਸੀਗੀਆਂ ਮੋਸਟਲੀ ਕਈ ਵਾਰੀ ਜਿਹੜੇ ਇੰਟਰਵਿਊ ਹੁੰਦੇ ਸੀ, ਉਹ ਇੰਟਰਵਿਊ ਵੀ ਆਉਂਦੇ ਸੀਗੇ ਰਿਕਾਰਡ ਹੋ ਕੇ, ਅਤੇ ਉਹ ਇੰਟਰਵਿਊ ਦਾ ਰਿਕਾਰਡਿੰਗ ਨੂੰ ਜਦੋਂ ਲਿਖਦੇ ਸੀਗੇ, ਉਹ ਲਿਖ ਕੇ ਬਾਅਦ 'ਚ ਪਬਲਿਸ਼ ਹੋ ਕੇ ਆਉਂਦਾ ਸੀਗਾ। ਅਤੇ ਕਾਫੀ ਜਿਹੜੀਆਂ ਉਹਦੀਆਂ ਰਾਈਟਿੰਗਸ ਨੇ ਉਹ ਇੰਟਰਵਿਊ ਦੀ ਕਨਵਰਸੇਸ਼ਨਸ ਤੋਂ ਬਾਅਦ 'ਚ ਟਰਾਂਸਲੇਟ ਹੋਈਆਂ ਨੇ, ਲਿਖੀਆਂ ਗਈਆਂ ਨੇ। ਅਤੇ ਹੁਣ ਆਪਾਂ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਜਦੋਂ ਉਹਦਾ ਪਹਿਲਾ ਨਾਵਲ ਪਬਲਿਸ਼ ਹੁੰਦਾ ਹੈ ਗੋਡ ਆਫ ਸਮਾਲ ਥਿੰਗਸ, ਕਦੋਂ ਪਬਲਿਸ਼ ਹੁੰਦਾ 1997 ਦੇ ਵਿੱਚ। ਉਸ ਤੋਂ ਬਾਅਦ ਕੀ ਹੁੰਦਾ ਹੈ, ਉਸ ਤੋਂ ਬਾਅਦੋਂ ਉਹ ਬਹੁਤ ਪਾਪੂਲਰ ਹੋ ਜਾਂਦੇ ਨੇ ਅਰੁੰਧਤੀ ਰੋਏ, ਅਤੇ ਉਹ ਡਾਈਵਰਸ ਇਸ਼ੂ ਦੇ ਉੱਪਰ ਲਿਖਦੀ ਹੈ। ਇੰਨੀ ਕੁ ਅਵੇਅਰ ਹੁੰਦੇ ਨੇ ਇਹ ਕਿ ਆਲਮੋਸਟ ਹਰ ਇੱਕ ਜਿਹੜਾ ਕਰੰਟ ਇਸ਼ੂ ਹੁੰਦਾ ਉਸ ਦੇ ਉੱਪਰ ਨੇ ਇਹਨਾਂ ਨੇ ਟਿੱਪਣੀ ਕਰਨੀ ਹੁੰਦੀ ਹੈ, ਚਾਹੇ ਕਿਸੇ ਨੂੰ ਸਹੀ ਲੱਗੇ ਚਾਹੇ ਕਿਸੇ ਨੂੰ ਗਲਤ ਲੱਗੇ। ਅਤੇ ਇਹ ਐਂਟੀ ਗਲੋਬਲਾਈਜੇਸ਼ਨ ਅਤੇ ਅਲਟਰ ਗਲੋਬਲਾਈਜੇਸ਼ਨ ਦੇ ਅਗੇਂਸਟ ਸੀਗੇ। ਐਂਟੀ ਗਲੋਬਲਾਈਜੇਸ਼ਨ ਸੀ, ਸੋਰੀ ਅਲਟਰ, ਇਹ ਚਾਹੁੰਦੇ ਸੀ ਕਿ ਗਲੋਬਲਾਈਜੇਸ਼ਨ ਦਾ ਕੋਈ ਅਲਟਰਨੇਟਿਵ ਆਵੇ। ਅਤੇ ਇਹ ਜਿਹੜੀ USA ਦੀ ਪੋਲਿਸੀ ਸੀ ਨਿਓ ਇੰਪੀਰੀਅਲਿਜ਼ਮ ਅਤੇ ਕੈਪੀਟਲਿਜ਼ਮ ਦੇ ਅਗੇਂਸਟ ਵੀ ਸੀ। ਇਹਦੇ ਕਾਫੀ ਐਸੇ ਨਾ USA ਦੀ ਫੋਰਨ ਪੋਲਿਸੀ ਅਤੇ USA ਦੀ ਕੈਪੀਟਲਿਜ਼ਮ ਦੇ ਅਗੇਂਸਟ ਸੀਗੇ ਕਾਫੀ। ਅਤੇ ਜਦੋਂ ਆਪਾਂ ਟੈਸਟ ਕਰਦੇ ਹਾਂ 1998 ਦੇ ਵਿੱਚ ਨਿਊਕਲੀਅਰ ਟੈਸਟ ਕਰਦੇ ਹਾਂ, ਤਾਂ ਉਸ ਟਾਈਮ ਇਹਨਾਂ ਨੇ ਕ੍ਰਿਟੀਸਾਈਜ਼ ਕੀਤਾ ਸੀਗਾ ਕਿ ਨਿਊਕਲੀਅਰ ਵੈਪਨ ਨੇ ਜਿਹੜੇ ਉਹ ਆਪਣੀ ਸੋਸਾਇਟੀ ਵਾਸਤੇ ਖਤਰਾ ਨੇ, ਹਿਊਮਨ ਬੀਇੰਗ ਵਾਸਤੇ ਖਤਰਾ ਨੇ। ਅਤੇ ਇਹਨਾਂ ਦੇ 2 ਐਸੇ ਆਉਂਦੇ ਨੇ ਜਿਹੜੇ ਕਿਤੇ ਨਾ ਕਿਤੇ ਇਸ ਚੀਜ਼ ਨਾਲ ਜੁੜੇ ਹੋਏ ਨੇ। ਪਹਿਲਾ ਐਸੇ ਸੀਗਾ ਐਂਡ ਆਫ ਇਮੈਜੀਨੇਸ਼ਨ 1998 ਦੇ ਵਿੱਚ ਪਬਲਿਸ਼ ਹੁੰਦਾ। ਇਸ ਦੇ ਵਿੱਚ ਕੀ ਹੁੰਦਾ, ਇਹ ਨਿਊਕਲੀਅਰ ਪੋਲਿਸੀ ਦੀ ਕ੍ਰਿਟੀਸਿਜ਼ਮ ਕੀਤੀ ਗਈ ਹੈ ਇਹਦੇ 'ਚ। ਅਤੇ ਇੱਕ ਸੈਕਿੰਡ 1999 ਦੇ ਵਿੱਚ ਆਉਂਦਾ ਦਾ ਕੋਸਟ ਆਫ ਲਿਵਿੰਗ। ਇਹਦੇ 'ਚ ਜਿਹੜੇ ਹਾਈਡਰੋ ਇਲੈਕਟ੍ਰਿਕ ਡੈਮ ਪ੍ਰੋਜੈਕਟ ਬਣੇ ਹੋਏ ਨੇ ਸੈਂਟਰਲ ਅਤੇ ਵੈਸਟਰਨ ਸਟੇਟ ਜਿਵੇਂ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੇ ਵਿੱਚ, ਇਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਗਿਆ। ਮਤਲਬ ਇਹ ਡੈਮ ਬਣਨ ਦੇ ਨਾਲ ਕਿੰਨੇ ਜਿਹੜੇ ਨੇ ਏਰੀਆ ਫੋਰੈਸਟ ਦਾ ਉਹ ਕਵਰ ਹੋ ਜਾਂਦਾ, ਮਤਲਬ ਉਹ ਪਾਣੀ ਦੇ ਵਿੱਚ ਦਬ ਜਾਂਦਾ। ਤਾਂ ਇਸ ਤਰੀਕੇ ਨਾਲ ਇਹਨਾਂ ਨੇ ਇਹ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਨੂੰ ਕੋਸਟ ਆਫ ਲਿਵਿੰਗ ਦੇ ਵਿੱਚ ਕ੍ਰਿਟੀਸਾਈਜ਼ ਕੀਤਾ ਗਿਆ। ਅਤੇ ਜਿਹੜਾ ਨਿਊਕਲੀਅਰ ਵੈਪਨ ਵਾਲਾ ਸੀਗਾ ਸਿਸਟਮ, ਉਸ ਨੂੰ ਆਪਦਾ ਜਿਹੜਾ ਇੱਕ ਐਸੇ ਸੀਗਾ ਦਾ ਐਂਡ ਆਫ ਇਮੈਜੀਨੇਸ਼ਨ, ਇਹਦੇ 'ਚ ਕ੍ਰਿਟੀਸਾਈਜ਼ ਕੀਤਾ ਗਿਆ। ਤਾਂ ਦੋਨੇ ਤੁਸੀਂ ਯਾਦ ਰੱਖਣੇ ਨੇ। ਪਹਿਲਾ ਸੀਗਾ ਦਾ ਐਂਡ ਆਫ ਇਮੈਜੀਨੇਸ਼ਨ 1998 ਦੇ ਵਿੱਚ ਆਇਆ ਸੀਗਾ, ਅਤੇ ਸੈਕਿੰਡ ਸੀਗਾ ਦਾ ਕੋਸਟ ਆਫ ਲਿਵਿੰਗ 1999 ਦੇ ਵਿੱਚ। ਸਾਨੂੰ ਇਹਨਾਂ ਦੇ ਥੀਮ ਵੀ ਪੁੱਛ ਲੈਂਦੇ ਹੁੰਦੇ ਨੇ ਵੀ ਕਿਹੜਾ ਨਿਊਕਲੀਅਰ ਵੈਪਨਸ ਦੇ ਨਾਲ ਜੁੜਿਆ ਹੋਇਆ ਅਤੇ ਕਿਹੜਾ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਦੇ ਨਾਲ ਜੁੜਿਆ ਹੈ। 2 ਹੀ ਤੁਸੀਂ ਯਾਦ ਰੱਖਣੀਆਂ ਨੇ ਸਾਰਿਆਂ ਨੇ। ਹਾਂ, ਹੁਣ ਨੈਕਸਟ ਜਿਹੜੀ ਨਿਊਕਲੀਅਰ ਵੈਪਨਸ ਦੀ ਪੋਲਿਸੀ ਹੈ, ਇਹਨੂੰ ਇੱਕ ਹੋਰ ਐਸੇ ਦੇ ਵਿੱਚ 2010 ਦੇ ਵਿੱਚ ਇੱਕ ਐਸੇ ਪਬਲਿਸ਼ ਹੁੰਦਾ ਇਹਦਾ, ਲਿਸਨਿੰਗ ਟੂ ਦਾ ਗ੍ਰਾਸ ਹੂਪਰ ਫੀਲਡ ਨੋਟਸ ਔਨ ਡੈਮੋਕ੍ਰੇਸੀ। ਇਹਦੇ 'ਚ ਵੀ ਇਹ ਨਿਊਕਲੀਅਰ ਵੈਪਨਸ ਅਤੇ ਇੰਡਸਟਰੀਅਲਾਈਜੇਸ਼ਨ ਅਤੇ ਇਕਨੋਮਿਕ ਗਰੋਥ ਨੂੰ ਜੋੜ ਕੇ ਦੱਸਦੀ ਹੈ। ਮਤਲਬ ਜਿਹੜਾ ਨਿਊਕਲੀਅਰ ਵੈਪਨਸ ਨੇ ਅਤੇ ਇੰਡਸਟਰੀਅਲਾਈਜੇਸ਼ਨ ਨੇ, ਇਹ ਕਿਸ ਤਰੀਕੇ ਨਾਲ ਆਪਣੀ ਸੁਸਾਇਟੀ ਨੂੰ ਰੋਂਗ ਇਫੈਕਟ ਪਾ ਰਹੇ ਨੇ, ਚਾਹੇ ਇਨਵਾਇਰਮੈਂਟ ਦੇ ਉੱਪਰ ਹੋਵੇ ਚਾਹੇ ਸੋਸਾਇਟੀ ਦੇ ਉੱਪਰ ਹੋਵੇ। ਤਾਂ ਇਹ 2 ਚੀਜ਼ਾਂ, ਤਿੰਨੇ ਤੁਸੀਂ ਐਸੇ ਪੂਰੇ ਯਾਦ ਰੱਖਣੇ ਨੇ। ਅਸਲ ਦੇ ਵਿੱਚ ਮੈਂ ਤੁਹਾਨੂੰ ਇਹ ਐਸੇ ਨੂੰ ਕਿਵੇਂ ਕਲੈਕਟ ਕਰਿਆ, ਮੈਂ ਇਹਨਾਂ ਨੂੰ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਹੀ ਲਿਖੇ ਨੇ। ਤੁਹਾਨੂੰ ਇੱਕ ਮਤਲਬ ਸਟੋਰੀ ਜਿਹੀ ਬਣਾ ਕੇ ਦਿੱਤੀ ਹੈ, ਆਸਾਨੀ ਨਾਲ ਯਾਦ ਹੋ ਜਾਣਗੇ। ਨੋਨ ਫਿਕਸ਼ਨ ਵਰਕ ਇਹਦੇ ਬਹੁਤ ਜ਼ਿਆਦਾ ਨੇ, ਤਾਂ ਉਹ ਯਾਦ ਕਰਨੇ ਇੰਨੇ ਸੌਖੇ ਨਹੀਂ ਸੀਗੇ। ਤਾਂ ਮੈਂ ਇਹਨਾਂ ਦੀ ਇੱਕ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਹੀ ਤੁਹਾਨੂੰ ਬਣਾ ਕੇ ਦਿੱਤੇ ਨੇ, ਤੁਹਾਨੂੰ ਹੁਣ ਯਾਦ ਕਰਨੇ ਬਿਲਕੁਲ ਸੌਖੇ ਹੋ ਜਾਣਗੇ। ਦਾ ਐਂਡ ਆਫ ਇਮੈਜੀਨੇਸ਼ਨ 1998 ਦੇ ਵਿੱਚ, ਦਾ ਕੋਸਟ ਆਫ ਲਿਵਿੰਗ 1999 ਦੇ ਵਿੱਚ, ਅਤੇ ਲਿਸਨਿੰਗ ਟੂ ਦਾ ਗ੍ਰਾਸ ਹੂਪਰ ਇਹ ਆਇਆ ਸੀ 2010 ਦੇ ਵਿੱਚ। ਇਹ ਤਿੰਨੇ ਕਿਤੇ ਨਾ ਕਿਤੇ ਨਿਊਕਲੀਅਰ ਵੈਪਨਸ ਦੇ ਨਾਲ ਜੁੜੇ ਹੋਏ ਨੇ, ਨਿਊਕਲੀਅਰ ਪੋਲਿਸੀਜ਼ ਦੇ ਨਾਲ ਜੁੜੇ ਹੋਏ ਨੇ। ਠੀਕ ਹੈ ਜੀ, ਯਾਦ ਹੋ ਗਏ ਹੋਣੇ ਮੈਨੂੰ ਲੱਗਦਾ ਇਹ ਤਿੰਨੇ।
ਹਾਂ, ਅਤੇ ਉਸ ਤੋਂ ਬਾਅਦ ਇਹਨਾਂ ਨੇ ਨਾ ਜਿਹੜਾ ਸਰਦਾਰ ਸਰੋਵਰ ਪ੍ਰੋਜੈਕਟ ਸੀਗਾ ਉਸ ਦੀ ਵੀ ਕ੍ਰਿਟੀਸਿਜ਼ਮ ਕੀਤੀ ਸੀਗੀ। ਜਿਹੜਾ ਸਰਦਾਰ ਸਰੋਵਰ ਪ੍ਰੋਜੈਕਟ ਸੀਗਾ ਨਰਮਦਾ ਨਦੀ ਦੇ ਉੱਪਰ ਬਣ ਰਿਹਾ ਸੀਗਾ। ਇਹਨਾਂ ਨੂੰ ਐਂ ਸੀਗਾ ਨਾਲ ਹੋਰ ਕੌਣ ਬੰਦਾ ਸੀਗਾ, ਇੱਕ ਸੀਗੀ ਅਰੁੰਧਤੀ ਰੋਏ, ਇੱਕ ਮੇਧਾ ਪਾਟਕਰ। ਇਹਨਾਂ ਦੇ ਨਾਮ ਜਦ ਰੱਖਣੇ ਦੋਨਾਂ ਦੇ। ਕਈ ਵਾਰੀ ਨਾ ਡਾਇਰੈਕਟ ਇੱਥੋਂ ਐਂ ਕੁਐਸਚਨ ਬਣ ਜਾਂਦਾ ਹੁੰਦਾ ਹੈ ਕਿ ਅਰੁੰਧਤੀ ਰੋਏ ਨੇ ਕਿਹੜੇ ਪ੍ਰੋਜੈਕਟ ਨੂੰ ਰੋਕਣ ਵਾਸਤੇ ਕੈਂਪੇਨਿੰਗ ਕੀਤੀ ਸੀ? ਸਰਦਾਰ ਸਰੋਵਰ ਪ੍ਰੋਜੈਕਟ। ਠੀਕ ਹੈ ਜੀ। ਅਤੇ ਇਹਨਾਂ ਨੇ ਮਤਲਬ ਐਂ ਕਿਹਾ ਸੀਗਾ ਕਿ ਜਿਹੜੇ ਡੈਮ ਬਣੂਗਾ ਲੋਕਾਂ ਨੂੰ ਬਹੁਤ ਡਿਸਪਲੇਸਮੈਂਟ ਹੋਊਗੀ ਲੋਕਾਂ ਦੀ, ਅਤੇ ਉਹਨਾਂ ਨੂੰ ਕੋਈ ਕੰਪਨਸੇਸ਼ਨ ਨਹੀਂ ਮਿਲ ਰਿਹਾ ਹੈਗਾ ਅਤੇ ਕੋਈ ਨਾ ਹੀ ਇਰੀਗੇਸ਼ਨ ਵਾਸਤੇ ਇੰਨਾ ਪਾਣੀ ਮਿਲੂਗਾ, ਡਰਿੰਕਿੰਗ ਵਾਟਰ ਖ਼ਰਾਬ ਹੋਊਗਾ। ਤਾਂ ਇਹ ਚੀਜ਼ਾਂ ਦਾ ਦੱਸਿਆ ਸੀ ਉਹਨਾਂ ਨੇ ਜਦੋਂ ਕੈਂਪੇਨਿੰਗ ਕੀਤੀ ਸੀ। ਅਤੇ ਬਾਅਦ 'ਚ ਨਾ ਆਪਦੀ ਰੋਇਲਟੀ ਵੀ ਜਿਹੜੀ ਬੁੱਕਰ ਪ੍ਰਾਈਜ਼ ਦੀ ਆਈ ਸੀ ਉਹ ਕਾਫੀ ਮਤਲਬ ਡੋਨੇਟ ਕਰਤੀ ਸੀਗੀ ਇਸ ਕੈਂਪੇਨਿੰਗ ਨੂੰ ਜਾਰੀ ਰੱਖਣ ਵਾਸਤੇ। ਅਤੇ ਇਹਨਾਂ ਦਾ ਇੱਕ ਆਰਟੀਕਲ ਅਤੇ ਇੱਕ ਬੁੱਕ ਛਪੀ ਸੀ ਦਾ ਗ੍ਰੇਟਰ ਕਾਮਨ ਗੁੱਡ। ਇਹ ਨਰਮਦਾ ਸਰਦਾਰ ਸਰੋਵਰ ਪ੍ਰੋਜੈਕਟ ਦੇ ਨਾਲ ਜੁੜੀ ਹੋਈ ਹੈ। ਇਹਦੇ ਦਾ ਜ਼ਿਕਰ ਹੈ ਇਸ ਦੇ ਵਿੱਚ, ਦਾ ਗ੍ਰੇਟ ਕਾਮਨ ਗੁੱਡਸ 1999 ਦੇ ਵਿੱਚ। ਠੀਕ ਹੈ ਜੀ। ਅਤੇ 2002 ਦੇ ਵਿੱਚ ਨਾ ਇੱਕ ਫਿਲਮ ਡਾਕੂਮੈਂਟਰੀ ਬਣੀ ਸੀ, ਉਹਦੇ 'ਚ ਰੋਏ ਅਪੀਅਰ ਹੋਈ ਸੀਗੀ। ਰੋਏ ਦਾ ਰੋਲ ਸੀਗਾ ਪੂਰਾ, ਅਰੁੰਧਤੀ ਰੋਏ ਦਾ। ਅਤੇ ਇਹ ਡਾਇਰੈਕਟ ਕਿਹਨੇ ਕੀਤੀ ਸੀ? ਫ੍ਰੈਨੀ ਆਰਮਸਟਰੋਂਗ ਨੇ। ਇਹ ਧਿਆਨ ਰੱਖਣਾ, ਡਰਾਊਨਡ ਆਊਟ ਦੇ ਵਿੱਚ ਇਹ ਮਤਲਬ ਇਹਨੇ ਮੇਨ ਲੀਡ ਰੋਲ ਅਦਾ ਕੀਤਾ। ਅਤੇ ਜਦੋਂ ਇਹ ਸਰਦਾਰ ਸਰੋਵਰ ਪ੍ਰੋਜੈਕਟ ਨੂੰ ਕ੍ਰਿਟੀਸਾਈਜ਼ ਕਰ ਰਹੀ ਸੀ ਤਾਂ ਲੋਕਾਂ ਨੇ, ਕਾਂਗਰਸ ਪਾਰਟੀ ਅਤੇ BJP ਲੀਡਰ ਨੇ ਬਹੁਤ ਕਿਹਾ, ਮਤਲਬ ਕ੍ਰਿਟੀਸਾਈਜ਼ ਕੀਤਾ ਇਹਨਾਂ ਨੂੰ ਵੀ ਤੁਸੀਂ ਵੀ ਗੁਜਰਾਤ ਦੀ ਜਿਹੜੀ ਹੈ ਉਹ ਛਵੀ ਵਿਗਾੜ ਰਹੇ ਹੋ ਇਸ ਤਰੀਕੇ ਨਾਲ। ਤਾਂ ਪਰ ਇਹਨੂੰ ਕੋਈ ਫਰਕ ਹੀ ਨਹੀਂ ਪੈਂਦਾ ਸੀਗਾ। ਕਾਫੀ ਬੋਲਡ ਨੋਵਲਿਸਟ ਸੀ ਇਹ, ਹੁਣ ਵੀ ਨੇ। ਅਤੇ ਜਦੋਂ ਉਹ ਕਰਦੇ ਨੇ ਇਹਨੂੰ, ਇਨਵਾਇਰਮੈਂਟਲ ਹਿਸਟੋਰੀਅਨ ਵੀ ਇੱਕ ਰਾਮਚੰਦਰਾ ਗੁਹਾ ਇਹ ਵੀ ਕ੍ਰਿਟੀਸਾਈਜ਼ ਕਰਦਾ ਹੈ ਰੋਏ ਨੂੰ ਵੀ ਤੁਸੀਂ ਕਿਉਂ ਮਤਲਬ ਇਸ ਚੀਜ਼ ਦੇ ਅਗੇਂਸਟ ਜਾ ਰਹੇ ਹੋ, ਨਰਮਦਾ ਡੈਮ ਦੇ ਅਗੇਂਸਟ ਕਿਉਂ ਤੁਸੀਂ ਪ੍ਰਚਾਰ ਕਰ ਰਹੇ ਹੋ। ਅਤੇ ਇਹ ਸਟੇਟਮੈਂਟ ਸੀਗੀ ਆਈ ਐਮ ਹਿਸਟੀਰੀਕਲ, ਇਹਨੂੰ ਪੜ੍ਹ ਲਿਓ ਧਿਆਨ ਨਾਲ। ਇਹਨੂੰ ਕਿਸੇ ਨੇ ਹਿਸਟੀਰੀਕਲ ਕਹਿ ਤਾ ਸੀ ਵੀ ਦਿਮਾਗ ਖ਼ਰਾਬ ਹੈ ਇਸ ਤਰੀਕੇ ਨਾਲ। ਤਾਂ ਇਹਨੇ ਫਿਰ ਕਿਹਾ ਸੀ, ਕਹਿੰਦੀ ਹਾਂ ਹੈਗੀ ਹਾਂ ਮੈਂ। ਆਈ ਐਮ ਸਕਰੀਮਿੰਗ ਫਰੋਮ ਦਾ ਬਲੱਡੀ ਰੂਫ ਟੋਪਸ ਐਂਡ ਹੀ ਸਮਗ ਲਿਟਲ ਕਲੱਬਸ ਆਰ ਗੋਇੰਗ ਯੂ ਵਿਲ ਮੇਕ ਦਾ ਨੇਬਰਸ ਆਈ ਵਾਂਟ ਟੂ ਵੇਕ ਦਾ ਨੇਬਰਸ, ਡੈਟਸ ਮਾਈ ਹੋਲ ਪੁਆਇੰਟਸ, ਆਈ ਵਾਂਟ ਐਵਰੀ ਬੋਡੀਜ਼ ਟੂ ਓਪਨ ਦੇਅਰ ਆਈਜ਼। ਕਹਿੰਦੀ ਵੀ ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੀ ਵੀ ਮੈਂ ਤਾਂ ਕਰਨਾ ਹੀ ਹੈ। ਜੇ ਤੁਹਾਨੂੰ ਮੈਂ ਮਤਲਬ ਇਸ ਤਰੀਕੇ ਦੀ ਹਿਸਟੀਰੀਕਲ ਲੱਗਦੀ ਤਾਂ ਲੱਗੀ ਜਾਵੇ। ਤਾਂ ਇਸ ਤਰੀਕੇ ਨਾਲ ਇਹਨੂੰ ਕੋਈ ਫਰਕ ਨਹੀਂ ਪੈਂਦਾ ਸੀ, ਬਹੁਤ ਬੋਲਡ ਹੈ। ਅਤੇ ਉਸ ਤੋਂ ਬਾਅਦ ਇਹ ਪੁਆਇੰਟ ਤਾਂ ਆਪਣਾ ਪਹਿਲਾਂ ਕਵਰ ਹੋ ਚੁੱਕਿਆ। ਠੀਕ ਹੈ ਜੀ, ਇਹ ਪੁਆਇੰਟ ਆਪਣਾ ਕਵਰ ਹੋ ਚੁੱਕਿਆ ਆਲਰੇਡੀ। ਹਾਂ, ਹੁਣ ਦੇਖੋ, ਹੁਣ ਆਪਾਂ ਪਿਛਲਾ ਰਿਵਾਈਜ਼ ਕਰ ਲੈਂਦੇ ਹਾਂ ਜਿਹੜਾ ਆਪਾਂ ਕਰਕੇ ਆਏ, ਕਿਉਂਕਿ ਫਿਰ ਨਹੀਂ ਤਾਂ ਹੌਸ਼ ਪੌਸ਼ ਜਿਹਾ ਹੋ ਜੂ, ਵਿੱਚ ਮਿਕਸਅਪ ਜਿਹਾ ਹੋ ਜੂ ਸਾਰਾ ਕੁਛ। ਇਸ ਨਾਵਲ ਨਰਮਦਾ ਬਚਾਓ ਨਾਲ ਕਿਹੜਾ ਐਸੇ ਜੁੜਿਆ ਹੋਇਆ ਸੀ, ਕਿਹੜੀ ਬੁੱਕ ਜੁੜੀ ਸੀ? ਗ੍ਰੇਟਰ ਕਾਮਨ ਗੁੱਡ। ਕਿਹੜਾ ਨੋਨ ਫਿਕਸ਼ਨ ਵਰਕ ਸੀ? ਦਾ ਗ੍ਰੇਟਰ ਕਾਮਨ ਗੁੱਡ। ਇਹ ਤੁਸੀਂ ਯਾਦ ਰੱਖਣਾ। ਠੀਕ ਹੈ ਜੀ। ਕਿਹੜੇ ਹਿਸਟੋਰੀਅਨ ਨੇ ਕ੍ਰਿਟੀਸਾਈਜ਼ ਕੀਤਾ ਸੀਗਾ? ਰਾਮਾਚੰਦਰਨ ਗੁਹਾ ਨੇ। ਠੀਕ ਹੈ ਜੀ। ਅਤੇ ਕਿਹੜੀ ਮੂਵੀ ਦੇ ਵਿੱਚ ਕੰਮ ਕੀਤਾ ਸੀ ਨੇ? ਡਰਾਊਨਡ ਆਊਟ ਦੇ ਵਿੱਚ। ਡਾਇਰੈਕਟ ਕਿਹਨੇ ਕੀਤੀ ਸੀ? ਫ੍ਰੈਨੀ ਆਰਮਸਟਰੋਂਗ ਨੇ। ਅਤੇ ਹੋਰ ਨੋਨ ਫਿਕਸ਼ਨ ਵਰਕ ਕਿਹੜਾ ਸੀ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਸੀਗਾ? ਨਿਊਕਲੀਅਰ ਵੈਪਨਸ ਦੇ ਨਾਲ। ਪਹਿਲਾ ਸੀਗਾ ਦਾ ਐਂਡ ਆਫ ਇਮੈਜੀਨੇਸ਼ਨ 1998 ਦੇ ਵਿੱਚ ਆਇਆ। ਅਤੇ ਇੱਕ ਕੋਸਟ ਆਫ ਲਿਵਿੰਗ ਸੀਗਾ, ਇਹ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਦੇ ਨਾਲ ਜੁੜਿਆ ਹੋਇਆ ਸੀਗਾ। ਠੀਕ ਹੈ ਜੀ। ਇੱਕ ਡਾਇਰੈਕਟਲੀ ਜੁੜਿਆ ਹੋਇਆ ਸੀ ਲਿਸਨਿੰਗ ਟੂ ਦਾ ਗ੍ਰਾਸ ਹੋਪਰ, ਇਹ ਵੀ ਇਹਦੇ ਨਾਲ ਜੁੜਿਆ ਹੋਇਆ ਸੀ। ਇਹ ਤੁਸੀਂ ਧਿਆਨ ਰੱਖਣਾ, 2010 'ਚ ਪਬਲਿਸ਼ ਹੋਏ ਸੀ। ਹੁਣ ਤੱਕ ਕਲੀਅਰ ਹੋ ਗਈਆਂ ਜੀ। ਦਾ ਗ੍ਰੇਟਰ ਕਾਮਨ ਗੁੱਡ ਕਿਹਦੇ ਨਾਲ ਜੁੜਿਆ ਹੋਇਆ ਸੀਗਾ? ਨਰਮਦਾ ਬਚਾਓ ਪ੍ਰੋਜੈਕਟ ਦੇ ਨਾਲ। ਠੀਕ ਹੈ, ਇਹ 5-6 ਤੁਸੀਂ ਯਾਦ ਰੱਖਣੀਆਂ ਨੇ। ਹੁਣ ਆਪਾਂ ਨੈਕਸਟ ਕਰਦੇ ਹਾਂ। ਇਹ ਅਸਲ 'ਚ ਮੈਂ ਕੀ ਕੀਤਾ, ਇਹ ਜਿਵੇਂ ਇਸ਼ੂਜ਼ ਦੇ ਉੱਪਰ ਉਹਨਾਂ ਲਿਖਿਆ ਉਹ ਬੁੱਕਸ ਨੂੰ ਉੱਥੇ ਹੀ ਮੈਂ ਫਿੱਟ ਕਰਤਾ ਅਤੇ ਤੁਹਾਨੂੰ ਯਾਦ ਰੱਖਣੇ ਸੌਖੇ ਰਹਿਣਗੇ। ਹੁਣ ਜਿਹੜਾ ਨੈਕਸਟ ਇਸ਼ੂ ਦੇ ਉੱਪਰ ਇਹ ਬੋਲੇ ਸੀਗੇ ਉਹ ਸੀ USA ਦੀ ਫੋਰਨ ਪੋਲਿਸੀ ਦੇ ਉੱਪਰ। ਬਹੁਤ ਕ੍ਰਿਟਿਕ ਸੀ USA ਦੀ ਫੋਰਨ ਪੋਲਿਸੀ ਦੀ ਇਹ। ਜਦੋਂ USA ਨੇ ਅਫਗਾਨਿਸਤਾਨ ਦੇ ਉੱਪਰ ਕਬਜ਼ਾ ਕੀਤਾ ਜਾਂ ਉੱਥੇ ਇੱਕ ਆਪਣੀ ਫੋਰਸ ਭੇਜੀ ਤਾਂ ਇਹ ਬਹੁਤ ਕ੍ਰਿਟਿਕ ਹੋਈ। ਉੱਥੇ ਹਮਲਾ ਕਰਿਆ ਜਦੋਂ ਇਹਨਾਂ ਨੇ ਉਸ ਦੇ ਉੱਪਰ, ਟੈਰੋਰਿਜ਼ਮ ਦੇ ਉੱਪਰ USA ਨੇ। ਤਾਂ ਉਸ ਟਾਈਮ ਕਈ ਲੋਕਾਂ ਨੇ, ਕਈ ਨੋਵਲਿਸਟ ਨੇ, ਕਈ ਹਿਊਮਨ ਰਾਈਟ ਐਕਟੀਵਿਸਟ ਨੇ ਬਹੁਤ ਇਸ ਤਰੀਕੇ ਨਾਲ ਦੇਖਿਆ ਸੀ ਕਿ USA ਮਤਲਬ ਅਫਗਾਨਿਸਤਾਨ 'ਤੇ ਕਿਤੇ ਕਬਜ਼ਾ
ਹੋਰ ਤਰੀਕੇ ਨਾਲ ਕਰ ਰਿਹਾ, ਮਤਲਬ ਉੱਥੋਂ ਦੀ ਪਾਵਰ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਾਂ ਵੀ ਕਿਸੇ ਦੀ ਇਸ ਦੀ ਆੜ ਲੈ ਕੇ ਉਹਨੂੰ ਉੱਥੇ ਆਪਣੀ ਇੰਟਰਫੇਰੈਂਸ ਇਨਕਰੀਜ਼ ਕਰ ਰਿਹਾ। ਤਾਂ ਕੀ ਹੋਇਆ ਅਤੇ ਇਹਨਾਂ ਨੇ ਕੀ ਕਿਹਾ ਅਰੁੰਧਤੀ ਨੇ, ਕਹਿੰਦੇ ਵੀ ਤੁਸੀਂ ਜਿਹੜਾ ਸਤੰਬਰ 11 'ਚ ਅਟੈਕ ਹੋਇਆ ਸੀਗਾ, 9/11 ਦਾ ਅਟੈਕ ਹੋਇਆ ਸੀਗਾ, ਤੁਸੀਂ ਉਹਦਾ ਬਦਲਾ ਲੈ ਰਹੇ ਹੋ, ਵੀ ਮਤਲਬ ਇਹ ਨਹੀਂ ਹੈਗਾ ਵੀ ਅਫਗਾਨਿਸਤਾਨ ਦੇ ਉੱਪਰ ਇਸ ਤਰੀਕੇ ਨਾਲ ਮਿਲਟਰੀ ਇਨਵੇਜਨ ਕਰਨ ਦਾ। ਤਾਂ ਇਹਨਾਂ ਨੇ ਆਪਦੇ ਕੁਛ ਐਸੇ ਲਿਖੇ ਜਿਹਦੇ ਵਿੱਚ ਇਸ US ਦੀ ਫੋਰਨ ਪੋਲਿਸੀ ਅਤੇ ਕੈਪੀਟਲਿਜ਼ਮ ਦਾ ਪ੍ਰੋਪਰ ਤਰੀਕੇ ਨਾਲ ਮਤਲਬ ਐਕਸਪਲੇਨ ਕੀਤਾ ਹੋਇਆ। ਤਾਂ ਪਹਿਲਾ ਜਿਹੜਾ ਨੋਨ ਫਿਕਸ਼ਨ ਇਹਦਾ ਫਿਕਸ਼ਨ ਵਰਕ ਸੀਗਾ ਇਸ US ਦੀ ਫੋਰਨ ਪੋਲਿਸੀ, ਉਹ ਸੀਗਾ ਅਲਜੈਬਰਾ ਆਫ ਇਨਫਿਨਿਟ ਜਸਟਿਸ, 2001 ਦੇ ਵਿੱਚ ਆਇਆ ਸੀ, ਕਲੈਕਸ਼ਨ ਆਫ ਐਸੇ ਹੈ। ਅਤੇ ਦੂਜੀ ਸੀ ਪਾਵਰ ਪੋਲੀਟਿਕਸ 2002 ਦੇ ਵਿੱਚ, ਠੀਕ ਹੈ ਜੀ। ਪਹਿਲੀ ਅਲਜੈਬਰਾ ਆਫ ਇਨਫਿਨਿਟ ਜਸਟਿਸ, ਸੈਕਿੰਡ ਪਾਵਰ ਪੋਲੀਟਿਕਸ 2002 ਦੇ ਵਿੱਚ। ਉਸ ਤੋਂ ਬਾਅਦ ਹੋਰ ਵੀ ਆਏ ਐਸੇ ਜਿਹੜੇ ਇਹਦੇ ਨਾਲ ਕਿਤੇ ਕਿਤੇ ਜੁੜੇ ਹੋਏ ਨੇ, ਡਾਇਰੈਕਟਲੀ ਤਰੀਕੇ ਨਾਲ ਜੁੜੇ ਹੋਏ ਨੇ। ਤੀਸਰੀ ਸੀਗੀ ਵਾਰ ਟਾਕ 2003 ਦੇ ਵਿੱਚ, USA ਨੇ ਜਦੋਂ ਇਰਾਕ ਦੇ ਉੱਪਰ ਹਮਲਾ ਕਰਿਆ ਸੀਗਾ, ਉਸ ਟਾਈਮ ਦਾ ਜ਼ਿਕਰ ਇਹਦੇ 'ਚ। ਨੈਕਸਟ ਸੀ ਚੈੱਕ ਬੁੱਕ ਐਂਡ ਕਰੂਜ਼ ਮਿਜ਼ਾਈਲ, ਇਹ ਉਹੀ ਗੱਲ ਜਿਹੜੇ ਪਾਵਰਫੁਲ ਕੰਟਰੀਜ਼ ਜਿਵੇਂ USA ਵਗੈਰਾ, ਉਹਨਾਂ ਬਾਰੇ ਇਹ 'ਚ ਜ਼ਿਕਰ ਹੈ। ਅਗਲੀ ਸੀ ਪਬਲਿਕ ਪਾਵਰ ਇਨ ਦਾ ਏਜ ਆਫ ਐਮਪਾਇਰ 2004 ਦੇ ਵਿੱਚ। ਅਤੇ ਨੈਕਸਟ ਸੀ ਆਰਡੀਨਰੀ ਪਰਸਨਸ ਗਾਈਡ ਟੂ ਐਮਪਾਇਰ, ਠੀਕ ਹੈ ਜੀ, ਇਹ 2004 ਦੀ। ਇਹਦੇ 'ਚ ਵੀ ਪੋਲੀਟੀਕਲ ਡੋਮੀਨੇਸ਼ਨ ਆਰਡਰ ਦਿਖਾਇਆ ਗਿਆ ਵੀ ਜਿਹੜੇ ਪਾਵਰਫੁਲ ਕੰਟਰੀਜ਼ ਨੇ ਇਸ ਤਰੀਕੇ ਨਾਲ। ਇਹ ਕਲੀਅਰ ਹੋ ਗਿਆ ਹੋਣਾ ਸਾਰਿਆਂ ਨੂੰ। ਆਪਾਂ ਇੱਕ ਵਾਰੀ ਇਸ ਨੂੰ ਰਿਵਾਈਜ਼ ਕਰ ਲਈਏ, ਨਹੀਂ ਤਾਂ ਫਿਰ ਐਵੇਂ ਮਿਕਸਅਪ ਜਿਹਾ ਹੋਈ ਜਾਊਗਾ। ਹਾਂ, ਅਲਜੈਬਰਾ, ਇਹ ਸਭ ਤੋਂ ਇੰਪੋਰਟੈਂਟ ਇਹਦਾ ਐਸੇ ਹੈ, ਇਹ ਤੁਸੀਂ ਭੁੱਲਣਾ ਨਹੀਂ ਹੈਗਾ। ਅਲਜੈਬਰਾ ਆਫ ਇਨਫਿਨਿਟ ਜਸਟਿਸ ਕਿਹਦਾ 2001 ਦੇ ਵਿੱਚ ਆਇਆ ਸੀ, ਇਹਨੇ ਲਿਖਿਆ ਸੀ। ਪਾਵਰ ਪੋਲੀਟਿਕਸ 2002 ਦੇ ਵਿੱਚ, ਠੀਕ ਹੈ ਜੀ। ਇੱਕ ਵਾਰ ਟਾਕ ਆਈ 2003 ਦੇ ਵਿੱਚ। ਹਾਂ, ਅਲਜੈਬਰਾ ਆਫ ਇਨਫਿਨਿਟ ਜਸਟਿਸ ਇੱਧਰੋਂ ਰਿਵਾਈਜ਼ ਕਰ ਰਹੇ ਹਾਂ ਆਪਾਂ। ਅਤੇ 2001 ਦੇ ਵਿੱਚ, ਪਾਵਰ ਪੋਲੀਟਿਕਸ 2002 ਦੇ ਵਿੱਚ, ਅਤੇ ਵਾਰ ਟਾਕ 2003 ਦੇ ਵਿੱਚ। ਨੈਕਸਟ ਆਈ ਚੈੱਕ ਬੁੱਕ ਐਂਡ ਕਰੂਜ਼ ਮਿਜ਼ਾਈਲ 2004 ਦੇ ਵਿੱਚ। ਫਿਰ ਪਬਲਿਕ ਪਾਵਰ ਇਨ ਦਾ ਏਜ ਆਫ ਐਮਪਾਇਰ 2004 ਦੇ ਵਿੱਚ, ਸੇਮ ਈਅਰ। ਅਤੇ ਆਰਡੀਨਰੀ ਪਰਸਨ ਗਾਈਡ ਟੂ ਐਮਪਾਇਰ, ਇਹ ਵੀ 2004 ਦੇ ਵਿੱਚ। ਤਾਂ ਯਾਦ ਰੱਖਣੀਆਂ ਨੇ ਤਿੰਨੇ ਬੁੱਕਸ, ਚੈੱਕ ਬੁੱਕ ਐਂਡ ਕਰੂਜ਼ ਮਿਜ਼ਾਈਲ, ਪਬਲਿਕ ਪਾਵਰ ਅਤੇ ਪਰਸਨਸ ਗਾਈਡ ਟੂ ਐਮਪਾਇਰ, ਠੀਕ ਹੈ ਜੀ। ਉਸ ਤੋਂ ਬਾਅਦ ਨਾ 2001 ਦੇ ਵਿੱਚ ਜਦੋਂ ਆਪਣੇ ਇੰਡੀਆ ਦੇ ਪਾਰਲੀਮੈਂਟ ਅਟੈਕ ਹੁੰਦਾ, ਉਸ ਟਾਈਮ ਅਫਜ਼ਲ ਗੁਰੂ ਨੂੰ ਰਿਸਪੋਂਸੀਬਲ ਮੰਨਿਆ ਜਾਂਦਾ। ਫੜ ਲੈਂਦੇ ਨੇ ਅਫਜ਼ਲ ਗੁਰੂ ਨੂੰ, ਤੁਸੀਂ ਸਟੋਰੀ ਦੇਖ ਲਓ YouTube 'ਤੇ ਅਫਜ਼ਲ ਗੁਰੂ ਦੀ ਸਟੋਰੀ। ਅਤੇ ਅਫਜ਼ਲ ਗੁਰੂ ਨੂੰ ਮਤਲਬ ਮੇਨ ਰਿਸਪੋਂਸੀਬਲ ਮੰਨਿਆ ਜਾਂਦਾ ਵੀ ਹਾਂ, ਇਹਨੇ ਬੰਬਾਮਾਰੀ ਕਰਵਾਈ ਹੈ ਪਾਰਲੀਮੈਂਟ ਦੇ ਵਿੱਚ। ਅਤੇ ਰੋਏ ਕਹਿੰਦੀ ਹੁੰਦੀ ਹੈ ਵੀ ਅਫਜ਼ਲ ਗੁਰੂ ਨੂੰ ਪ੍ਰਿਜ਼ਨਰ ਆਫ ਵਾਰ ਮੰਨੋ, ਵੀ ਇਹਨੂੰ ਇੰਨੀ ਵੀ ਸਜ਼ਾ ਦੇਣ ਦਾ ਆਪਣਾ ਹੱਕ ਨਹੀਂ ਬਣਦਾ, ਵੀ ਇਹਨੂੰ ਫਾਂਸੀ ਦੇਣ ਦਾ ਹੱਕ ਨਹੀਂ ਬਣਦਾ। ਤਾਂ ਉਸ ਟਾਈਮ ਬਹੁਤ ਲੋਕਾਂ ਨੇ, ਪੋਲੀਟੀਕਲ ਲੀਡਰਸ ਨੇ ਬਹੁਤ ਕ੍ਰਿਟੀਸਾਈਜ਼ ਕੀਤਾ ਇਹਨੂੰ। ਅਤੇ ਇਹਦਾ ਇੱਕ ਐਸੇ ਆਇਆ ਦਾ ਹੈਂਗਿੰਗ ਆਫ ਅਫਜ਼ਲ ਗੁਰੂ ਐਂਡ ਸਟ੍ਰੇਂਜ ਕੇਸ ਆਫ ਦਾ ਅਟੈਕ ਔਨ ਦਾ ਇੰਡੀਅਨ 2013 ਦੇ ਵਿੱਚ ਆਉਂਦਾ। ਹੁਣ 13 ਸਾਲਾਂ ਬਾਅਦੋਂ ਆਉਂਦਾ ਇਹ, ਮਤਲਬ ਜਿਹੜਾ ਐਸੇ ਹੁੰਦਾ। ਅਟੈਕ 2001 ਦੇ ਵਿੱਚ ਹੁੰਦਾ, ਪਰ 2013 'ਚ ਇਹ ਐਸੇ ਪਬਲਿਸ਼ ਹੁੰਦਾ, ਠੀਕ ਹੈ ਜੀ। ਜਿਸ ਟਾਈਮ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ ਜਾਂਦੀ ਹੈ, 2013 'ਚ ਫਾਂਸੀ ਦਿੱਤੀ ਜਾਂਦੀ ਹੈ ਅਫਜ਼ਲ ਗੁਰੂ ਨੂੰ, ਅਤੇ ਉਹਦੀ ਇਹ ਐਸੇ ਆਉਂਦਾ, ਦਾ ਹੈਂਗਿੰਗ ਆਫ ਅਫਜ਼ਲ ਗੁਰੂ ਦਾ ਸਟ੍ਰੇਂਜ ਕੇਸ ਆਫ ਇੰਡੀਅਨ ਬੰਬਮਾਰੀ ਜਿਹੜਾ ਹੁੰਦਾ ਨਾ, ਉਹਦਾ ਅਟੈਕ ਆਫ ਇੰਡੀਅਨ ਪਾਰਲੀਮੈਂਟ 2013 ਦੇ ਵਿੱਚ। ਕਲੀਅਰ ਹੋ ਗਿਆ ਜੀ ਉਰੇ ਤੱਕ? ਮੈਨੂੰ ਲੱਗਦਾ ਸਭ ਨੂੰ ਕਲੀਅਰ ਹੋ ਗਿਆ ਹੋਣਾ। ਪਿੱਛੇ ਹੁਣ ਮੈਂ ਨਾ ਜਾਵਾਂ ਰਿਵਾਈਜ਼ ਕਰਨ ਵਾਸਤੇ। ਅੱਗੇ ਗੋਦੜਾ ਇੰਸੀਡੈਂਟ ਹੁੰਦਾ। ਗੋਦੜਾ ਇੰਸੀਡੈਂਟ ਗੁਜਰਾਤ ਨਾਲ ਜੁੜਿਆ ਹੋਇਆ, ਜਦੋਂ ਟ੍ਰੇਨ ਦੇ ਵਿੱਚ ਅੱਗ ਲੱਗਦੀ ਹੁੰਦੀ ਹੈ। ਆਲਮੋਸਟ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੋਣਾ, ਜਿਹਨੂੰ ਨਹੀਂ ਪਤਾ ਹੋ ਗਿਆ ਉਹ ਕਿਰਪਾ ਕਰਕੇ YouTube 'ਤੇ ਸਰਚ ਮਾਰ ਲਿਓ ਗੋਦੜਾ ਇੰਸੀਡੈਂਟ ਕੀ ਸੀਗਾ। ਅਤੇ ਇਸ 'ਤੇ ਵੀ ਇਹਨਾਂ ਨੇ ਮਤਲਬ ਇੱਕ ਐਸੇ ਲਿਖਿਆ ਸੀਗਾ, ਦਾ ਸ਼ੇਪ ਆਫ ਦਾ ਬੀਸਟ ਕਨਵਰਸੇਸ਼ਨ ਵਿਦ ਅਰੁੰਧਤੀ ਰਾਏ, ਠੀਕ ਹੈ। ਇਹਦੇ 'ਚ ਇਸ ਬੁੱਕ ਦੇ ਵਿੱਚ ਕਾਫੀ ਇਸ਼ੂਜ਼ ਨੇ ਜਿਹੜੇ ਮਤਲਬ ਇਹਨੇ ਮੈਂਸ਼ਨ, ਗੋਦੜਾ ਇੰਸੀਡੈਂਟ, ਕਸ਼ਮੀਰ ਇਸ਼ੂ, ਮੋਸਟ ਰੇਬਲਸ, ਅਮੈਰੀਕਨ ਇੰਪੀਰੀਅਲਿਜ਼ਮ, ਇਹ ਚੀਜ਼ਾਂ ਮਤਲਬ ਡਿਸਕਸ ਕੀਤੀਆਂ ਹੋਈਆਂ ਨੇ ਇਹਦੇ 'ਚ, ਠੀਕ ਹੈ ਜੀ। ਸ਼ੇਪ ਆਫ ਦਾ ਬੀਸਟ ਕਦੋਂ ਹੋਈ ਸੀ? 2008 ਦੇ ਵਿੱਚ। ਇਹ ਤੁਸੀਂ ਧਿਆਨ ਰੱਖਣਾ। ਕਲੀਅਰ ਹੋ ਗਿਆ ਹੁਣ ਤੱਕ? ਅਫਜ਼ਲ ਗੁਰੂ ਵਾਲਾ 2013 'ਚ ਆਇਆ ਸੀ, ਠੀਕ ਹੈ। ਇਸ ਤੋਂ ਨਾ ਅਰੁੰਧਤੀ ਰੋਏ ਨੇ ਕਸ਼ਮੀਰੀ ਸੈਪਰੇਟਿਜ਼ਮ ਦੇ ਨੂੰ ਸਪੋਰਟ ਕੀਤਾ।
ਇਹਨਾਂ ਨੇ ਕਿਹਾ ਸੀਗਾ ਕਿ ਇੰਡੀਅਨ ਗੌਰਮੈਂਟ ਹੈ ਜਿਹੜੇ ਇੱਥੋਂ ਦੇ ਰਾਈਟਸ ਨੇ, ਕਸ਼ਮੀਰੀ ਲੋਕਾਂ ਦੇ ਰਾਈਟਸ ਨੂੰ ਉਹ ਕਰ ਰਹੀ ਹੈ ਬਈ ਵਾਇਲੇਟ ਕਰ ਰਹੀ ਹੈ, ਇਸ ਤਰੀਕੇ ਨਾਲ ਕੋਈ ਟਿੱਪਣੀ ਕਰੀ ਸੀਗੀ। ਤਾਂ ਉਸ ਟਾਈਮ ਵੀ ਇਹਦੀ ਬਹੁਤ ਕ੍ਰਿਟਿਸਿਜ਼ਮ ਹੋਈ ਸੀ ਅਤੇ ਇਸ ਨੂੰ ਨਾ 2010 ਦੇ ਵਿੱਚ ਸਡੀਸ਼ਨ ਚਾਰਜਸ ਦੇ ਉੱਪਰ ਅਰੈਸਟ ਵੀ ਕਰ ਲਿਆ ਸੀਗਾ। ਠੀਕ ਹੈ, ਇੱਕ ਹੋਰ ਸੀਗਾ ਬੰਦੇ ਨਾਲ, ਹਰੀਅਤ ਲੀਡਰ ਸੀਗਾ ਸੈਦ ਅਲੀ ਸ਼ਾਹ ਗਿਲਾਨੀ ਦੇ ਨਾਲ। ਠੀਕ ਹੈ ਜੀ। ਕਿਹਦੇ ਨਾਲ? ਹਰੀਅਤ ਸ਼ਾਹ ਗਿਲਾਨੀ ਦੇ ਨਾਲ। ਠੀਕ ਹੈ। ਅਤੇ ਹਾਂ, ਇਹਦਾ ਇੱਕ ਐਸੇ ਵੀ ਪਬਲਿਸ਼ ਹੋਇਆ ਸੀ ਇਸ ਦੇ ਉੱਪਰ 2010 ਦੇ ਵਿੱਚ, ਕਸ਼ਮੀਰ ਐਂਡ ਦਾ ਕੇਸ ਆਫ ਫਰੀਡਮ। ਠੀਕ ਹੈ, ਇਹ ਧਿਆਨ ਰੱਖ ਲਿਓ ਤੁਸੀਂ, ਕਸ਼ਮੀਰ ਦਾ ਕੇਸ ਆਫ ਫਰੀਡਮ। ਠੀਕ ਹੈ ਜੀ। ਕਲੀਅਰ ਹੋ ਗਿਆ ਸਾਰਿਆਂ ਨੂੰ ਇਹ? ਨੈਕਸਟ ਦੇਖੋ, ਮੁੰਬਈ ਅਟੈਕ ਹੁੰਦਾ ਜਦੋਂ 2008 ਦੇ ਵਿੱਚ, ਉਸ ਟਾਈਮ ਵੀ ਉਹੀ ਕੰਟਰੋਵਰਸ਼ਲ ਸਟੇਟਮੈਂਟ ਦੇ ਦਿੰਦੀ ਹੈ। ਇਹ ਕਹਿੰਦੇ ਵੀ ਜਿਹੜਾ ਮੁੰਬਈ ਅਟੈਕ ਹੈ ਵੀ ਉਹਨੂੰ ਇੱਕ ਸਿੰਗਲ ਇਵੈਂਟ ਨਾਲ ਨਾ ਗਿਣੋ, ਉਸ ਨੂੰ ਇਸ ਤਰੀਕੇ ਨਾਲ ਗਿਣੋ ਵੀ ਲੋਕ ਗਰੀਬੀ 'ਚ ਰਹਿ ਰਹੇ ਨੇ, ਉਹ ਕੁਛ ਤਾਂ ਕਰਨਗੇ, ਮਤਲਬ ਇਸ ਤਰੀਕੇ ਦੀ ਨਾ ਕੰਟਰੋਵਰਸ਼ਲ ਜਿਹੀ ਸਟੇਟਮੈਂਟ ਦੇ ਦਿੰਦੀ ਹੁੰਦੀ ਹੈ। ਅਤੇ ਉਸ ਟਾਈਮ ਬਹੁਤ ਲੋਕ ਕ੍ਰਿਟੀਸਾਈਜ਼ ਕਰਦੇ ਨੇ ਇਹਨੂੰ, ਈਵਨ ਸਲਮਾਨ ਰਸ਼ਦੀ ਹੈ ਬੰਦਾ, ਉਹ ਵੀ ਨੋਵਲਿਸਟ ਆ, ਉਹ ਵੀ ਕ੍ਰਿਟੀਸਾਈਜ਼ ਕਰਦਾ ਇਹਨੂੰ। ਅਤੇ ਮੁੰਬਈ ਅਟੈਕ ਨੂੰ ਇਹ ਨਾ ਕਸ਼ਮੀਰ ਇਸ਼ੂ ਦੇ ਨਾਲ ਜੋੜ ਦਿੰਦੀ ਹੁੰਦੀ ਹੈ ਆਪਦੀ ਸਟੇਟਮੈਂਟ ਦੇ ਵਿੱਚ, ਤਾਂ ਉਸ ਵਾਸਤੇ ਇਹਦੀ ਬਹੁਤ ਕ੍ਰਿਟੀਸਿਜ਼ਮ ਹੁੰਦੀ ਹੈ। ਇਹ ਪਿੱਛੇ ਤੁਹਾਨੂੰ ਪਤਾ ਲੱਗ ਗਿਆ ਨਾ ਜਿਹੜਾ ਕਸ਼ਮੀਰ ਵਾਲਾ ਇਸ਼ੂ, ਕਸ਼ਮੀਰ ਦੇ ਉੱਪਰ ਵੀ ਇਹਨਾਂ ਨੇ ਲਿਖਿਆ ਸੀ ਨਾ, ਕਸ਼ਮੀਰ ਦਾ ਕੇਸ ਫੋਰ ਫਰੀਡਮ 2010। ਇਹ ਤੁਸੀਂ ਧਿਆਨ ਰੱਖਣਾ, ਇਹ ਯਾਦ ਕਰਨਾ ਪੂਰਾ। ਠੀਕ ਹੈ ਜੀ। ਹਾਂਜੀ, ਕਲੀਅਰ ਹੋ ਗਿਆ ਸਾਰਿਆਂ ਨੂੰ? ਕਸ਼ਮੀਰ ਦਾ ਕੇਸ ਫੋਰ ਫਰੀਡਮ 2010 ਦੇ ਵਿੱਚ ਪਬਲਿਸ਼ ਹੁੰਦੀ ਹੈ, ਅਤੇ ਸ਼ੇਪ ਆਫ ਦਾ ਬੀਸਟ ਗੋਦਲਾ ਇੰਸੀਡੈਂਟ ਨਾਲ ਜੁੜੀ ਹੋਈ ਹੈ। ਇਹ ਹੁੰਦੀ ਹੈ ਪਬਲਿਸ਼ 2008 ਦੇ ਵਿੱਚ, ਇਹ ਹੁੰਦੀ ਹੈ 2010 ਦੇ ਵਿੱਚ। ਇਹ ਦੋ ਇੱਥੇ ਯਾਦ ਕਰਨ ਵਾਲੀਆਂ ਨੇ, ਦੋ ਚੀਜ਼ਾਂ ਯਾਦ ਕਰ ਲਿਓ। ਅਤੇ ਇਹ ਤਾਂ ਕਲੀਅਰ ਹੋ ਗਿਆ ਹੁਣ ਸਾਰਿਆਂ ਦੇ। ਹੁਣ ਆਪਾਂ ਇਹ 2008 ਵਾਲਾ ਵੀ ਕਰ ਲਿਆ, ਸਲਮਾਨ ਰਸ਼ਦੀ ਇਹਨੂੰ ਕ੍ਰਿਟੀਸਾਈਜ਼ ਕਰਦਾ। ਉਹ 'ਤੇ ਇੱਕ ਹੋਰ ਕੰਟਰੋਵਰਸ਼ਲ ਸਟੇਟਮੈਂਟ ਇਹ ਦਿੰਦੇ ਨੇ, ਜਿਹੜੇ ਨਕਸਲਾਈਟਸ ਨੇ ਉਹਨਾਂ ਨੂੰ ਨਾ ਗਾਂਧੀਇਜ਼ਮ ਨਾਲ, ਉਹਨਾਂ ਨੂੰ ਗਾਂਧੀਅਨ ਕਹਿ ਦਿੰਦੀ ਹੈ ਇਹ, ਵੀ ਜਿਹੜੇ ਨਕਸਲਵਾਦੀ ਨੇ ਉਹ ਗਾਂਧੀ ਦੀ ਫਿਲੋਸਫੀ ਦੇ ਉੱਪਰ ਚੱਲ ਰਹੇ ਨੇ। ਠੀਕ ਹੈ, ਤਾਂ ਉਦੋਂ ਵੀ ਬਹੁਤ ਕ੍ਰਿਟੀਸਾਈਜ਼ ਹੁੰਦੀ ਹੈ ਇਹਦੀ ਇਹ ਸਟੇਟਮੈਂਟ। ਅਤੇ ਇਹ ਕਹਿੰਦੇ ਵੀ ਨਕਸਲਾਈਟ ਤਾਂ ਵਿਦਰੋਹ ਕਰਦੇ ਨੇ ਵੀ ਉੱਥੇ ਕੰਸਟੀਟਿਊਸ਼ਨਲ ਤਰੀਕੇ ਨਾਲ ਗੌਰਮੈਂਟ ਨਹੀਂ ਫੋਲੋ ਹੋ ਰਹੀ, ਅਤੇ ਉਹ ਫੋਲੋ ਕਰਵਾਉਣ ਵਾਸਤੇ ਉਹ ਵਿਦਰੋਹ ਕਰਦੇ ਨੇ। ਤਾਂ ਲੋਕ ਬਹੁਤ ਕ੍ਰਿਟੀਸਾਈਜ਼ ਕਰਦੇ ਨੇ ਉਸ ਟਾਈਮ ਇਹਨੂੰ। ਅਤੇ ਫਿਰ ਇੱਕ ਕੁਛ ਐਸੇ ਨੇ ਜਿਹੜੇ ਇਸ ਇਸ਼ੂ ਦੇ ਨਾਲ ਜੁੜੇ ਹੋਏ ਨੇ, ਜਿਵੇਂ ਬ੍ਰੋਕਨ ਰਿਪਬਲਿਕ ਜਿਹੜਾ ਜੁੜਿਆ ਹੋਇਆ, ਇਹ ਐਸੇ ਇਹਦੇ 'ਤੇ ਜੁੜਿਆ ਹੋਇਆ 2011 ਦੇ ਵਿੱਚ ਪਬਲਿਸ਼ ਹੁੰਦਾ। ਠੀਕ ਹੈ, ਇਹ ਪ੍ਰੋਗਰੈਸ ਐਂਡ ਡਿਵੈਲਪਮੈਂਟ ਇਨ ਦਾ ਨਿਊਕਲੀਅਰ ਈਰਾ ਨਾਲ ਜੁੜਿਆ ਹੋਇਆ ਹੈ। ਫਿਰ ਵਾਕਿੰਗ ਵਿਦ ਦਾ ਕਾਮਰੇਡਸ 2011 'ਚ ਆਉਂਦਾ, ਇਹ ਨੌਕਸਲਾਈਟ ਨਾਲ ਜੁੜਿਆ ਹੁੰਦਾ। ਕੈਪੀਟਲਿਜ਼ਮ ਗੋਸਟ ਸਟੋਰੀ, ਇਹ USA ਦੀ ਕੈਪੀਟਲਿਜ਼ਮ ਦੇ ਉੱਪਰ ਜੁੜਿਆ ਹੈ, 2014 ਦੇ ਵਿੱਚ ਪਬਲਿਸ਼ ਹੁੰਦਾ। ਥਿੰਗਸ ਡੈਟ ਕੈਨ ਔਰ ਕੈਨ ਨੋਟ ਬੀ ਸੈਡ 2016 ਦੇ ਵਿੱਚ, ਇਹ ਨਾ ਅਰੁੰਧਤੀ ਰੋਏ ਅਤੇ ਜੌਨ ਕੁਸੈਕ ਦੇ ਨਾਲ ਮਿਲ ਕੇ ਆਉਂਦਾ, ਇਕੱਲੀ ਦਾ ਨਹੀਂ ਹੁੰਦਾ ਇਹ, ਜੌਨ ਕੁਸੈਕ ਨਾਲ ਹੁੰਦਾ। ਠੀਕ ਹੈ ਜੀ। ਇਹ ਕਾਫੀ ਇਸ਼ੂਜ਼ ਦੇ ਉੱਪਰ ਨਾਲ ਜੁੜਿਆ ਹੋਇਆ, ਜਿਵੇਂ ਨੇਚਰ ਆਫ ਦਾ ਸਟੇਟ, ਸਰਵੀਲੈਂਸ ਇਨ ਦਾ ਈਰਾ ਆਫ ਪਰਪੈਚੁਅਲ ਵਾਰ ਐਂਡ ਦਾ ਮੀਨਿੰਗ ਆਫ ਪੈਟਰੀਓਟਿਜ਼ਮ, ਇਹਨਾਂ ਨਾਲ ਜੁੜਿਆ ਹੋਇਆ ਹੈ। ਕਲੀਅਰ? ਇਹ ਇੱਥੋਂ ਯਾਦ ਕਰ ਲਓ। ਬ੍ਰੋਕਨ ਰਿਪਬਲਿਕ 2011 ਦੇ ਵਿੱਚ ਨਿਊਕਲੀਅਰ ਈਰਾ ਦੇ ਵਿੱਚ ਡਿਵੈਲਪਮੈਂਟ ਅਤੇ ਪ੍ਰੋਗਰੈਸ ਬਾਰੇ ਲਿਖਿਆ ਹੋਇਆ। ਵਾਕਿੰਗ ਵਿਦ ਦਾ ਕਾਮਰੇਡ 2011 ਦੇ ਵਿੱਚ, ਕੈਪੀਟਲਿਜ਼ਮ ਹੈ ਗੋਸਟ ਸਟੋਰੀ 2014 ਦੇ ਵਿੱਚ, ਅਤੇ ਥਿੰਗਸ ਡੈਟ ਕੈਨ ਔਰ ਕੈਨ ਨੋਟ ਬੀ ਸੈਡ 2016 ਦੇ ਵਿੱਚ। ਇਹ ਯਾਦ ਰੱਖਣਾ ਵੀ ਹੋਰ ਕਿਹੜੇ ਬੰਦੇ ਨਾਲ ਮਿਲ ਕੇ ਆਇਆ ਸੀ, ਜੌਨ ਕੁਸੈਕ ਦੇ ਨਾਲ। ਠੀਕ ਹੈ ਜੀ। ਹਾਂ, ਫਿਰ 13 ਦੀ ਸਟੋਰੀ ਆ ਜਾਂਦੀ ਹੈ ਜਦੋਂ ਆਪਣੇ ਆਨਰੇਬਲ PM ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਬਣ ਜਾਂਦੇ ਨੇ। ਉਸ ਤੋਂ ਬਾਅਦ ਨਾ ਇਹਨਾਂ ਜਦੋਂ ਪ੍ਰਾਈਮ ਮਿਨਿਸਟਰ ਬਣ ਜਾਂਦੇ ਤਾਂ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਟ੍ਰੈਜਡੀ ਦਾ ਨਾਮ ਦਿੰਦੀ ਹੈ। ਕਹਿੰਦੇ ਵੀ ਜਿਹੜਾ ਨਰਿੰਦਰ ਮੋਦੀ ਜੀ ਨੇ, ਇਹਨਾਂ ਨੂੰ
ਇਹ ਬਹੁਤ ਅਗਰੈਸਿਵ ਕੈਂਡੀਡੇਟ ਹੈ ਅਤੇ ਦੂਜੀਆਂ ਪਾਰਟੀਆਂ ਬਿਜ਼ਨਸ ਹਾਊਸਿਸ ਮਤਲਬ ਇਹਨੂੰ ਸਪੋਰਟ ਕਰ ਰਹੇ ਨੇ ਵੀ ਇਹ ਆਪਣੇ ਵਾਸਤੇ ਮਾਰੂ ਸਿੱਧ ਹੋਊਗਾ, ਤਾਂ ਇਹ ਟ੍ਰੈਜਡੀ ਦਾ ਨਾਮ ਦਿੰਦੇ ਨੇ। ਇਹ ਪੇਪਰ 'ਚ ਆ ਸਕਦਾ ਵੀ ਨਰਿੰਦਰ ਮੋਦੀ ਬਾਰੇ ਜਿਹੜੇ ਆਪਣੇ ਅਰੁੰਧਤੀ ਰੋਏ ਸੀ ਨੇ ਉਹਨਾਂ ਨੇ ਕਿਹੜਾ ਸ਼ਬਦ ਵਰਤਿਆ, ਟ੍ਰੈਜਡੀ ਦਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦੋਂ ਰੋਏ ਹੈ ਜਿਹੜਾ ਆਪਣਾ ਕੋਵਿਡ-19 ਚੱਲਦਾ ਹੈ ਹੁਣ, ਕੋਵਿਡ-19 ਹੋਇਆ ਸੀ 28 ਅਪ੍ਰੈਲ 2021 ਦੇ ਵਿੱਚ ਇੱਕ ਸਟੇਟਮੈਂਟ ਦਿੰਦੀ ਹੈ ਜਦੋਂ ਗੌਰਮੈਂਟ ਦਾ ਰਿਸਪੌਂਸ ਕੋਵਿਡ ਦੇ ਪ੍ਰਤੀ ਕਿਸ ਤਰੀਕੇ ਦਾ ਹੁੰਦਾ, ਮਤਲਬ ਕਿਸ ਤਰੀਕੇ ਨਾਲ ਟੈਕਲ ਕਰਦੀ ਹੈ। ਉਹ ਇਹ ਕਹਿੰਦੇ ਨੇ ਵੀ ਫੇਲੀਅਰ ਹੈ ਪ੍ਰੋਪਰ, ਅਤੇ ਉਹਨੂੰ ਕ੍ਰਾਈਮ ਅਗੇਂਸਟ ਹਿਊਮੈਨਿਟੀ ਦਾ ਨਾਮ ਦਿੰਦੀ ਹੈ। ਪ੍ਰੋਪਰ ਤਰੀਕੇ ਨਾਲ ਮਤਲਬ ਕੋਵਿਡ-19 ਦੇ ਵਿੱਚ ਪੇਸ਼ੈਂਟ ਦੀ ਕੇਅਰ ਨਹੀਂ ਹੋ ਰਹੀ ਇਸ ਤਰੀਕੇ ਨਾਲ। ਅਤੇ ਉਹਦਾ ਇੱਕ ਸਭ ਤੋਂ ਇੰਪੋਰਟੈਂਟ ਜਿਹੜਾ ਹੈ ਹੋਰ ਨੋਨ ਫਿਕਸ਼ਨ ਰਾਈਟਿੰਗ ਆ ਉਹ ਹੈ ਦ ਡਾਕਟਰ ਐਂਡ ਦ ਸੇਂਟ ਕਾਸਟ ਰੇਸ ਐਨਹੀਲੀਏਸ਼ਨ ਆਫ ਕਾਸਟ ਡਿਬੇਟ ਬਿਟਵੀਨ BR ਅੰਬੇਦਕਰ ਐਂਡ MK ਗਾਂਧੀ 2017 ਦੇ ਵਿੱਚ ਆਉਂਦੀ ਹੈ। ਇਹ ਬੁੱਕ ਯਾਦ ਰੱਖਣੀ ਤੁਸੀਂ, ਇਹ ਇਹਨਾਂ ਦਾ ਨੋਨ ਫਿਕਸ਼ਨ ਵਰਕ ਹੈ। ਠੀਕ ਹੈ ਜੀ, ਕਲੀਅਰ ਹੋ ਗਿਆ ਹੁਣ। ਇੱਕ ਥੋੜ੍ਹਾ ਜਿਹਾ ਆਪਾਂ ਇੱਥੋਂ ਡਿਸਕਸ ਕਰ ਲੈਂਦੇ ਹਾਂ, ਜਿਹੜਾ ਉਰੇ ਰਹਿ ਗਿਆ ਆਪਣਾ, ਇੱਥੇ ਰਹਿ ਗਿਆ, ਇਹ ਵਿੱਚ ਮਿਕਸਅਪ ਜਿਹਾ ਹੋ ਗਿਆ ਹੁਣ ਸਾਰਿਆਂ ਦੇ ਮੈਨੂੰ ਲੱਗਦਾ। ਬ੍ਰੋਕਨ ਰਿਪਬਲਿਕ ਕਦੋਂ ਆਇਆ ਸੀ? 2011 ਦੇ ਵਿੱਚ। ਕਿਹਦੇ ਨਾਲ ਜੁੜਿਆ ਹੋਇਆ? ਪ੍ਰੋਗਰੈਸ ਐਂਡ ਡਿਵੈਲਪਮੈਂਟ ਇਨ ਦਾ ਨਿਊਕਲੀਅਰ ਈਰਾ ਦੇ ਨਾਲ ਜੁੜਿਆ ਹੋਇਆ। ਵਾਕਿੰਗ ਵਿਦ ਦਾ ਕਾਮਰੇਡ 2011 ਦੇ ਸੇਮ ਈਅਰ ਦੇ ਵਿੱਚ ਨਕਸਲਿਟ ਇਨਸਰਜੈਂਸੀ ਨਾਲ ਜੁੜਿਆ ਹੋਇਆ। ਕੈਪੀਟਲਿਜ਼ਮ ਅ ਗੋਸਟ ਸਟੋਰੀ 2014 ਦੇ ਵਿੱਚ, ਅਤੇ ਥਿੰਗਸ ਡੈਟ ਕੈਨ ਔਰ ਕੈਨ ਨੋਟ ਬੀ ਸੈਡ 2016 ਦੇ ਵਿੱਚ। ਠੀਕ ਹੈ, ਹੁਣ ਮੈਨੂੰ ਲੱਗਦਾ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ ਜੀ। ਹੁਣ ਆਪਾਂ ਥੋੜ੍ਹਾ ਜਿਹਾ ਇੱਕ ਵਾਰੀ ਉੱਪਰੋਂ ਆ ਜਾਂਦੇ ਹਾਂ ਰਿਵਾਈਜ਼ ਕਰਦੇ ਕਰਦੇ। ਹਾਂਜੀ, ਇੱਥੋਂ ਸਟਾਰਟ ਹੁੰਦਾ ਸੈਕਿੰਡ ਵੀਡੀਓ ਦਾ ਪੋਰਸ਼ਨ। ਪਹਿਲਾ ਹੁੰਦਾ ਇਹਦਾ ਨੋਨ ਫਿਕਸ਼ਨ ਵਰਕ ਐਂਡ ਆਫ ਇਮੈਜੀਨੇਸ਼ਨ, ਕਦੋਂ ਹੁੰਦਾ? 1998 ਦੇ ਵਿੱਚ, ਨਿਊਕਲੀਅਰ ਨਾਲ ਜੁੜਿਆ ਹੋਇਆ ਹੈ। ਸੈਕਿੰਡ ਕੋਸਟ ਆਫ ਲਿਵਿੰਗ ਜਿਹੜਾ ਹੁੰਦਾ 99 ਦੇ ਵਿੱਚ, ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟਸ ਦੇ ਨਾਲ। ਅਤੇ ਲਿਸਨਿੰਗ ਆਫ ਦਾ ਗ੍ਰਾਸ ਉੱਪਰ, ਇਹ ਵੀ ਨਿਊਕਲੀਅਰ ਨਾਲ ਜੁੜਿਆ ਹੋਇਆ, ਨਿਊਕਲੀਅਰ ਪਾਵਰ ਦੇ ਨਾਲ 2010 ਦੇ ਵਿੱਚ ਪਬਲਿਸ਼ ਹੁੰਦਾ। ਅਤੇ ਸਰਦਾਰ ਸਰੋਵਰ ਪ੍ਰੋਜੈਕਟ ਜਿਹੜਾ ਹੁੰਦਾ ਉਹਦੇ ਉੱਪਰ ਬੁੱਕ ਆਉਂਦੀ ਹੈ ਇਹਦੀ ਦ ਗ੍ਰੇਟਰ ਕਾਮਨ ਗੁੱਡ 1999 ਦੇ ਵਿੱਚ। ਅਤੇ ਇੱਕ ਮੂਵੀ ਦੇ ਵਿੱਚ ਇਹ ਲੀਡ ਰੋਲ ਕਰਦੇ ਨੇ ਡਰਾਊਨਡ ਆਊਟ, ਅਤੇ ਡਾਇਰੈਕਟ ਕੀਤੀ ਹੁੰਦੀ ਹੈ ਫਰੈਨੀ ਆਰਮਸਟਰੋਂਗ ਨੇ। ਕਲੀਅਰ। ਅਤੇ ਉਸ ਤੋਂ ਬਾਅਦੋਂ ਜੀ ਅੱਗੇ ਆਉਂਦਾ ਇਹਨਾਂ ਦਾ US ਫੋਰਨ ਪੋਲਿਸੀ ਦੇ ਉੱਪਰ ਆਪਣੀ ਐਸੇ ਲਿਖਦੀ ਹੈ ਇਹ, ਅਲਜੈਬਰਾ ਆਫ ਇਨਫਿਨਿਟ ਜਸਟਿਸ ਪਾਵਰ ਪੋਲਿਟਿਕਸ 2002 ਦੇ ਵਿੱਚ। ਅਤੇ ਵਾਰ ਟਾਕ, ਚੈੱਕ ਬੁੱਕ ਐਂਡ ਕਰੂਜ਼ ਮਿਜ਼ਾਈਲ ਪਾਵਰ, ਪਬਲਿਕ ਪਾਵਰ ਇਨ ਦਾ ਏਜ ਆਫ ਐਮਪਾਇਰ, ਅਤੇ ਆਰਡਨਰੀ ਪਰਸਨ ਗਾਈਡ ਟੂ ਐਮਪਾਇਰ 2004 ਦੇ ਵਿੱਚ। ਇੰਡੀਅਨ ਪਾਰਲੀਮੈਂਟ ਅਟੈਕ ਹੋਇਆ 2001 ਦੇ ਵਿੱਚ। 13 ਦੇ ਵਿੱਚ ਇੱਕ ਆਰਟੀਕਲ ਆਉਂਦਾ ਦ ਹੈਂਗਿੰਗ ਆਫ ਅਫਜ਼ਲ ਗੁਰੂ, ਦ ਸਟੇਂਜ ਕੇਸ ਔਨ ਦਾ ਅਟੈਕ ਆਫ ਦਾ ਇੰਡੀਅਨ ਪਾਰਲੀਮੈਂਟ। ਠੀਕ ਹੈ ਜੀ, ਇਹ ਧਿਆਨ ਰੱਖਣਾ ਤੁਸੀਂ। ਗੋਦਰਾ ਇੰਸੀਡੈਂਟ ਦੇ ਉੱਪਰ ਬੁੱਕ ਆਉਂਦੀ ਹੈ ਇੱਕ ਦ ਸ਼ੇਪ ਆਫ ਦਾ ਬੀਸਟ 2008 ਦੇ ਵਿੱਚ, ਕਨਵਰਸੇਸ਼ਨ ਐਸੇ ਨੇ। ਅਤੇ ਉਸ ਤੋਂ ਬਾਅਦ ਜੀ ਕਸ਼ਮੀਰ ਦੇ ਉੱਪਰ ਵੀ ਇਸ਼ੂ ਦੇ ਉੱਪਰ ਵੀ ਇਹ ਲਿਖਦੇ ਨੇ, ਕਸ਼ਮੀਰ ਦਾ ਕੇਸ ਫੋਰ ਫਰੀਡਮ 2010 ਦੇ ਵਿੱਚ। ਉਸ ਤੋਂ ਬਾਅਦ ਜੀ ਅੱਗੇ ਮੁੰਬਈ ਅਟੈਕ ਦੇ ਵਿੱਚ ਵੀ ਇਹਦੀ ਜਿਹੜੀ ਸਟੇਟਮੈਂਟ ਹੁੰਦੀ ਹੈ ਉਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਸਲਮਾਨ ਰਸ਼ਦੀ ਦੁਆਰਾ, ਇਹ ਤੁਸੀਂ ਯਾਦ ਰੱਖਣਾ। ਨਕਸਲਿਟ ਦੇ ਉੱਪਰ ਵੀ ਇਹਦੀ ਕੁਛ ਸਟੇਟਮੈਂਟਸ ਆਉਂਦੀਆਂ ਨੇ, ਅਤੇ ਬੁੱਕਸ ਆਉਂਦੀਆਂ ਨੇ ਬ੍ਰੋਕਨ ਰਿਪਬਲਿਕ, ਵਾਕਿੰਗ ਵਿਦ ਦਾ ਕਾਮਰੇਡਸ, ਕੈਪੀਟਲਿਜ਼ਮ ਅ ਗੋਸਟ ਸਟੋਰੀ, ਥਿੰਗਸ ਡੈਟ ਕੈਨ ਔਰ ਕੈਨ ਨੋਟ ਬੀ ਸੈਡ। ਇਹ ਧਿਆਨ ਰੱਖਣਾ ਤੁਸੀਂ। ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਜਿਹੜਾ ਐਂਡ ਵਾਲਾ ਵਰਕ ਹੈ ਉਹ ਡਾਕਟਰ ਐਂਡ ਦਾ ਸੇਂਟ ਦਾ ਕਾਸਟ ਰੇਸ ਐਨਹੀਲੀਏਸ਼ਨ ਆਫ ਦਾ ਕਾਸਟ ਡਿਬੇਟ ਬਿਟਵੀਨ BR ਅੰਬੇਦਕਰ ਐਂਡ MK ਗਾਂਧੀ। ਹਾਂਜੀ, ਇਹ ਹੋ ਗਿਆ ਜੀ। ਇਹ ਵੀਡੀਓ ਸੀ ਨੋਨ ਫਿਕਸ਼ਨ ਬਾਰੇ, ਅਤੇ ਆਲਮੋਸਟ ਸਾਰਿਆਂ ਨੇ ਦੇਖ ਲਈ ਹੋਣੀ। ਅਤੇ ਵਧੀਆ, ਜੇਕਰ ਤੁਹਾਨੂੰ ਵਧੀਆ ਲੱਗਦੀ ਹੈ ਵੀਡੀਓ ਪਲੀਜ਼ ਇਹਨੂੰ ਲਾਈਕ ਕਰਿਓ, ਵੀਡੀਓ ਨੂੰ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਹਾਂਜੀ, ਧੰਨਵਾਦ ਜੀ ਸਾਰਿਆਂ ਦਾ ਦੇਖਣ ਵਾਸਤੇ। ਥੈਂਕ ਯੂ, ਆਲ ਦਾ ਬੈਸਟ ਫॉर ਐਗਜ਼ਾਮ।